ਦੋਸਤੋ, ਉਹ ਪਰਮਾਤਮਾ ਆਪਣੇ ਸੱਚੇ ਭਗਤਾਂ ਦੇ ਨਾਲ ਹਮੇਸ਼ਾ ਰਹਿੰਦਾ ਏ ਤੇ ਦੁਨੀਆ ਦੀ ਹਰੇਕ ਬੁਰੀ ਸ਼ਕਤੀ ਤੋਂ ਉਹਨਾਂ ਦੀ ਰੱਖਿਆ ਕਰਦਾ ਏ ਤੇ ਆਪਣੇ ਸੱਚੇ ਮੁਰੀਦ ਦੀ ਉਹ ਪਰਮਾਤਮਾ ਕਦੇ ਵੀ ਪਿੱਠ ਨਹੀਂ ਲੱਗਣ ਦਿੰਦਾ। ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਉਹਨਾਂ ਦੇ ਸਿਰ ਉੱਤੇ ਰੱਖਦਾ ਏ। ਅੱਜ ਦੀ ਕਹਾਣੀ ਇਸ ਟੌਪਿਕ ਤੇ ਆਧਾਰਿਤ ਹੈ। ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਵਧੀਆ ਮੈਸੇਜ ਵੀ ਜ਼ਰੂਰ ਮਿਲੇਗਾ। ਇੱਕ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ, ਜਿਸ ਦਾ ਨਾਮ ਕੌਰਾ ਸੀ ਤੇ ਉਸ ਦੀ ਪਤਨੀ ਦਾ ਨਾਮ ਗੁੱਡੋ ਸੀ। ਕੌਰਾ ਸਿੱਧਾ ਸਾਦਾ ਤੇ ਅਨਪੜ੍ਹ ਸੀ, ਪਰ ਉਸ ਦੀ ਪਤਨੀ ਥੋੜ੍ਹੀ ਹੁਸ਼ਿਆਰ ਸੀ। ਉਹ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ। ਕੌਰੇ ਦਾ ਪਰਮਾਤਮਾ ਵਿੱਚ ਬਹੁਤ ਅਟੁੱਟ ਵਿਸ਼ਵਾਸ ਸੀ। ਉਸ ਦਾ ਮੁੱਖ ਕਿੱਤਾ ਖੇਤੀ ਹੀ ਸੀ, ਪਰ ਉਹ ਖੇਤੀਬਾੜੀ ਵਿੱਚ ਇੰਨਾ ਜ਼ਿਆਦਾ ਸਫਲ ਨਹੀਂ ਸੀ, ਕਿਉਂਕਿ ਇੱਕ ਤਾਂ ਉਹਦਾ ਖੇਤ ਛੋਟਾ ਸੀ ਤੇ ਦੂਜਾ ਉਹਦਾ ਖੇਤ ਰੇਤਲਾ ਸੀ। ਪਰ ਔਖੇ ਸੌਖੇ ਹੋ ਕੇ ਮਜ਼ਦੂਰੀ ਕਰਕੇ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਪਰ ਇੱਕ ਵਾਰ ਫਸਲ ਦੀ ਕਟਾਈ ਦੇ ਸਮੇਂ 'ਤੇ ਬਹੁਤ ਜ਼ਿਆਦਾ ਬਾਰਿਸ਼ ਹੋਈ, ਜਿਸ ਦੇ ਕਾਰਨ ਫਸਲ ਦਾ ਝਾੜ ਬਹੁਤ ਘੱਟ ਨਿਕਲਿਆ, ਜਿਹਦੇ ਨਾਲ ਕੌਰੇ ਦੀ ਹਾਲਤ ਹੋਰ ਜ਼ਿਆਦਾ ਪਤਲੀ ਹੋ ਗਈ। ਘਰ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਕਮੀ ਹੋਣ ਲੱਗੀ ਤੇ ਉਹਦਾ ਹੱਥ ਆਰਥਿਕ ਪੱਖੋਂ ਵੀ ਬਹੁਤ ਜ਼ਿਆਦਾ ਤੰਗ ਹੋ ਗਿਆ। ਪਰ ਕੌਰੇ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਸੀ ਕਿ ਉਹਦਾ ਪਰਮਾਤਮਾ ਉਸ ਨੂੰ ਤੇ ਉਹਦੇ ਪਰਿਵਾਰ ਨੂੰ ਇਸ ਤਰ੍ਹਾਂ ਭੁੱਖਮਰੀ ਤੇ ਗਰੀਬੀ ਵਿੱਚ ਰੁਲਣ ਨਹੀਂ ਦੇਵੇਗਾ। ਕੌਰਾ ਆਪਣੀ ਪਤਨੀ ਦੇ ਨਾਲ ਗੱਲਬਾਤ ਕਰਦਾ ਹੈ ਕਿ ਖੇਤ ਵਿੱਚ ਹੁਣ ਮੈਂ ਫਸਲ ਬੀਜਣੀ ਹੈ, ਪਰ ਸਾਡੇ ਕੋਲ ਤਾਂ ਇੱਕ ਵੀ ਰੁਪਈਆ ਨਹੀਂ ਹੈ। ਮੈਂ ਫਸਲ ਬੀਜਣ ਦੇ ਲਈ ਬੀਜ ਕਿੱਥੋਂ ਲੈ ਕੇ ਆਵਾਂ? ਤਾਂ ਕੌਰਾ ਇਸ ਦੇ ਲਈ ਪਰਮਾਤਮਾ ਨੂੰ ਅਰਦਾਸ ਕਰਦਾ ਹੈ ਤੇ ਫਿਰ ਉਸ ਨੂੰ ਬਾਣੀ ਦੇ ਲਫ਼ਜ਼ ਯਾਦ ਆਉਂਦੇ ਹਨ ਕਿ ਹਿੰਮਤ ਕਰੇ ਅਗਰ ਮਰਦਾਂ ਤੋਂ ਮਦਦੇ ਖੁਦਾ। ਅਰਥਾਤ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਤੇ ਫਿਰ ਕੌਰਾ ਇਹ ਫੈਸਲਾ ਕਰਦਾ ਹੈ ਕਿ ਉਹ ਪਿੰਡ ਦੇ ਸ਼ਾਹੂਕਾਰ ਦੀਸ਼ੇ ਦੇ ਕੋਲੋਂ 1 ਲੱਖ ਰੁਪਏ ਵਿਆਜ ਤੇ ਲਵੇਗਾ, ਆਪਣੀ ਖੇਤੀ ਕਰੇਗਾ। ਉਹ ਖੂਬ ਮਿਹਨਤ ਤੇ ਲਗਨ ਦੇ ਨਾਲ ਖੇਤ ਵਿੱਚ ਕੰਮ ਕਰੇਗਾ, ਸ਼ਾਹੂਕਾਰ ਦਾ ਕਰਜ਼ਾ ਵੀ ਉਤਾਰ ਦੇਵੇਗਾ ਤੇ ਆਪਣੇ ਪਰਿਵਾਰ ਨੂੰ ਗਰੀਬੀ ਤੇ ਭੁੱਖਮਰੀ ਤੋਂ ਵੀ ਬਚਾ ਲਵੇਗਾ। ਤੇ ਫਿਰ ਕੌਰਾ ਦੀਸ਼ੇ ਸ਼ਾਹੂਕਾਰ ਦੇ ਕੋਲ ਜਾ ਕੇ ਕਰਜ਼ੇ ਦੀ ਮੰਗ ਕਰਦਾ ਹੈ। ਜੋ ਦੀਸ਼ਾ ਸ਼ਾਹੂਕਾਰ ਹੁੰਦਾ ਹੈ, ਉਹ ਬਹੁਤ ਹੀ ਲਾਲਚੀ ਤੇ ਚਲਾਕ ਇਨਸਾਨ ਹੁੰਦਾ ਹੈ। ਉਹ ਕੌਰੇ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਹੈ ਤੇ ਉਸ ਨੂੰ 10 ਰੁਪਏ ਦੇ ਹਿਸਾਬ ਨਾਲ 1 ਲੱਖ ਰੁਪਏ ਵਿਆਜ ਤੇ ਦਿੰਦਾ ਹੈ ਤੇ ਸੋਚਦਾ ਹੈ ਕਿ ਇਹ ਮਾਮੂਲੀ ਕਿਸਾਨ ਮੇਰਾ ਕਰਜ਼ ਤਾਂ ਚੁਕਾ ਨਹੀਂ ਪਾਵੇਗਾ ਤੇ ਫਿਰ ਬਦਲੇ ਵਿੱਚ ਮੈਂ ਇਹਦੇ ਕੋਲੋਂ ਇਹਦਾ ਖੇਤ ਵੀ ਹੜੱਪ ਲਵਾਂਗਾ। ਮੇਰਾ ਤਾਂ ਇਸ ਨੂੰ ਕਰਜ਼ਾ ਦੇਣ ਦੇ ਵਿੱਚ ਫਾਇਦਾ ਹੀ ਫਾਇਦਾ ਹੈ। ਕੌਰਾ ਪੈਸੇ ਲੈ ਕੇ ਆਪਣੇ ਘਰ ਆਉਂਦਾ ਹੈ ਤੇ ਖੇਤੀ ਕਰਨ ਦੇ ਲਈ ਬੀਜ ਲੈ ਕੇ ਆਉਂਦਾ ਹੈ ਤੇ ਫਿਰ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਖੇਤਾਂ ਵਿੱਚ ਖੂਬ ਮਿਹਨਤ ਤੇ ਲਗਨ ਦੇ ਨਾਲ ਕੰਮ ਕਰਦਾ ਹੈ ਤੇ ਫਿਰ ਕੁਝ ਕੁ ਮਹੀਨਿਆਂ ਬਾਅਦ ਉਹਦੀ ਮਿਹਨਤ ਰੰਗ ਲਿਆਉਂਦੀ ਹੈ। ਉਹਦੀ ਫਸਲ ਬਹੁਤ ਵਧੀਆ ਤਿਆਰ ਹੋਣ ਲੱਗਦੀ ਹੈ। ਇਸ ਗੱਲ ਦਾ ਜਦੋਂ ਦੀਸ਼ੇ ਸ਼ਾਹੂਕਾਰ ਨੂੰ ਪਤਾ ਲੱਗਦਾ ਹੈ ਤਾਂ ਉਹ ਸੋਚਦਾ ਹੈ ਕਿ ਇਸ ਤਰ੍ਹਾਂ ਤਾਂ ਕੌਰਾ ਮੇਰਾ ਕਰਜ਼ਾ ਵੀ ਉਤਾਰ ਦੇਵੇਗਾ ਤੇ ਮੇਰੇ ਹੱਥੋਂ ਇਹ ਖੇਤ ਵੀ ਨਿਕਲ ਜਾਵੇਗਾ। ਤਾਂ ਦੀਸ਼ਾ ਆਪਣਾ ਸ਼ੈਤਾਨੀ ਦਿਮਾਗ ਲਗਾਉਂਦਾ ਹੈ ਤੇ ਇੱਕ ਰਾਤ ਆਪਣੇ ਆਦਮੀਆਂ ਨੂੰ ਭੇਜ ਕੇ ਕੌਰੇ ਦੇ ਖੇਤ ਵਿੱਚ ਬਲਦ ਨੂੰ ਛੁਡਵਾ ਦਿੰਦਾ ਹੈ ਤੇ ਉਸ ਦੀ ਫਸਲ ਨੂੰ ਬਰਬਾਦ ਕਰਵਾ ਦਿੰਦਾ ਹੈ। ਤੇ ਫਿਰ ਦੂਜੇ ਦਿਨ ਜਦੋਂ ਕੌਰਾ ਆਪਣੇ ਖੇਤ ਵਿੱਚ ਜਾਂਦਾ ਹੈ ਤੇ ਆਪਣੀ ਫਸਲ ਨੂੰ ਉਜੜਿਆ ਹੋਇਆ ਦੇਖ ਕੇ ਉਹ ਬਹੁਤ ਪਰੇਸ਼ਾਨ ਹੋ ਜਾਂਦਾ ਹੈ। ਉਹ ਇਸ ਦੇ ਲਈ ਪਰਮਾਤਮਾ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਤੇ ਉਸ ਨੂੰ ਬੁਰਾ ਭਲਾ ਬੋਲਣ ਲੱਗਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੇਰਾ ਇੰਨਾ ਸੇਵਾ ਸਿਮਰਨ ਕਰਦਾ ਹਾਂ, ਇੱਕ ਤੂੰ ਹੈ ਜੋ ਸਿਰਫ ਮੈਨੂੰ ਠੋਕਰਾਂ ਹੀ ਮਾਰੀ ਜਾ ਰਿਹਾ ਹੈ। ਉਹ ਗੁੱਸੇ ਵਿੱਚ ਪਰਮਾਤਮਾ ਨੂੰ ਕਹਿੰਦਾ ਹੈ ਕਿ ਜੇਕਰ ਮੇਰੀ ਹਾਲਤ ਐਸੀ ਹੀ ਰਹਿਣੀ ਹੈ ਤਾਂ ਫਿਰ ਮੈਨੂੰ ਤੈਨੂੰ ਮੰਨਣ ਦਾ ਕੀ ਫਾਇਦਾ ਏ, ਜਾਂ ਮੈਂ ਅੱਜ ਤੋਂ ਬਾਅਦ ਤੇਰਾ ਸੇਵਾ ਸਿਮਰਨ ਨਹੀਂ ਕਰਾਂਗਾ। ਤੇ ਫਿਰ ਕੌਰੇ ਨੂੰ ਸ਼ਾਹੂਕਾਰ ਦੇ ਕਰਜ਼ ਦਾ ਚੇਤਾ ਆਉਂਦਾ ਹੈ ਤੇ ਉਸ ਨੂੰ ਚਿੰਤਾ ਹੋਣ ਲੱਗਦੀ ਹੈ ਕਿ ਹੁਣ ਮੈਂ ਕਰਜ਼ ਕਿੱਥੋਂ ਉਤਾਰਾਂਗਾ, ਕਿਸ ਤਰ੍ਹਾਂ ਉਤਾਰਾਂਗਾ। ਤੇ ਫਿਰ ਜਿਵੇਂ ਹੀ ਸ਼ਾਹੂਕਾਰ ਨੂੰ ਕੌਰੇ ਦੀ ਫਸਲ ਤਬਾਹ ਹੋਣ ਦਾ ਸਮਾਚਾਰ ਮਿਲਦਾ ਹੈ ਤਾਂ ਉਹ ਕੌਰੇ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੂੰ ਮੈਨੂੰ ਆਪਣੀ ਫਸਲ ਦੀ ਕਟਾਈ ਤੇ ਕਰਜ਼ ਵਾਪਸ ਕਰਨ ਦਾ ਵਾਅਦਾ ਕੀਤਾ ਸੀ, ਪਰ ਤੇਰੀ ਸਾਰੀ ਫਸਲ ਤਾਂ ਤਬਾਹ ਹੋ ਗਈ। ਹੁਣ ਤੂੰ ਮੇਰੇ ਪੈਸੇ ਮੈਨੂੰ ਕਿੱਥੋਂ ਵਾਪਸ ਦੇਵੇਂਗਾ? ਪਰ ਮੈਨੂੰ ਤਾਂ ਮੇਰਾ ਪੈਸਾ ਚਾਹੀਦਾ ਏ ਤੇ ਉਹ ਵੀ ਅੱਜ ਹੀ ਚਾਹੀਦਾ ਏ। ਤਾਂ ਸ਼ਾਹੂਕਾਰ ਦੀ ਗੱਲ ਸੁਣ ਕੇ ਕੌਰਾ ਸ਼ਾਹੂਕਾਰ ਦੀ ਮਿੰਨਤ ਕਰਦਾ ਹੈ ਤੇ ਕਹਿੰਦਾ ਹੈ ਕਿ ਮੇਰੀ ਸਾਰੀ ਫਸਲ ਤਬਾਹ ਹੋ ਗਈ ਹੈ, ਮੈਨੂੰ ਥੋੜ੍ਹਾ ਹੋਰ ਸਮਾਂ ਚਾਹੀਦਾ ਹੈ, ਮੈਂ ਅਜੇ ਤੁਹਾਡਾ ਕਰਜ਼ਾ ਨਹੀਂ ਉਤਾਰ ਸਕਦਾ। ਤਾਂ ਅੱਗੋਂ ਸ਼ਾਹੂਕਾਰ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਜ਼ੁਬਾਨ ਕੀਤੀ ਸੀ ਕਿ ਇਸ ਫਸਲ ਦੀ ਕਟਾਈ ਤੇ ਤੂੰ ਮੈਨੂੰ ਮੇਰਾ ਕਰਜ਼ਾ ਚੁਕਾ ਦੇਵੇਂਗਾ,
ਪਰ ਤੂੰ ਆਪਣੀ ਜ਼ਬਾਨ ਉੱਤੇ ਅੱਜ ਨਹੀਂ ਖੜ ਸਕਿਆ ਤਾਂ ਫਿਰ ਕੱਲ੍ਹ ਦਾ ਕੀ ਭਰੋਸਾ ਏ। ਜੇਕਰ ਤੇਰੀ ਫਸਲ ਉੱਜੜ ਗਈ ਤਾਂ ਇਹਦੇ ਵਿੱਚ ਮੈਂ ਕੀ ਕਰ ਸਕਦਾ ਹਾਂ। ਮੈਨੂੰ ਤਾਂ ਮੇਰੇ ਪੈਸੇ ਚਾਹੀਦੇ ਹਨ, ਅੱਜ ਹੀ ਚਾਹੀਦੇ ਹਨ ਤੇ ਹੁਣੇ ਹੀ ਚਾਹੀਦੇ ਹਨ। ਤੇ ਜੇਕਰ ਤੂੰ ਮੇਰੇ ਪੈਸੇ ਵਾਪਸ ਨਹੀਂ ਕਰ ਸਕਦਾ ਤਾਂ ਅੱਜ ਤੂੰ ਇਹ ਤੇਰਾ ਖੇਤ ਮੇਰਾ ਹੋਇਆ। ਤੇ ਫਿਰ ਸ਼ਾਹੂਕਾਰ ਕੌਰੇ ਦੇ ਖੇਤ ਉੱਤੇ ਕਬਜ਼ਾ ਕਰ ਲੈਂਦਾ ਹੈ। ਤੇ ਫਿਰ ਕੌਰਾ ਤੇ ਉਹਦੀ ਪਤਨੀ ਗੁੱਡੋ ਪਿੰਡ ਦੇ ਸਰਪੰਚ ਬਾਪੂ ਦਾਰਾ ਸਿੰਘ ਦੇ ਕੋਲ ਜਾਂਦੇ ਹਨ ਤੇ ਆਪਣੀ ਸਾਰੀ ਹੱਡਬੀਤੀ ਸਰਪੰਚ ਨੂੰ ਸੁਣਾਉਂਦੇ ਹਨ। ਤੇ ਫਿਰ ਸਰਪੰਚ ਸ਼ਾਹੂਕਾਰ ਨੂੰ ਬੁਲਾਉਂਦਾ ਹੈ ਤੇ ਮਾਮਲੇ ਦੀ ਸੁਣਵਾਈ ਕਰਦਾ ਹੈ। ਸ਼ਾਹੂਕਾਰ ਸਰਪੰਚ ਨੂੰ ਦੱਸਦਾ ਹੈ ਕਿ ਕੌਰੇ ਨੇ ਮੇਰੇ ਕੋਲੋਂ 1 ਲੱਖ ਰੁਪਏ ਕਰਜ਼ਾ ਲਿਆ ਸੀ ਤੇ ਫਸਲ ਦੀ ਕਟਾਈ ਤੇ ਪੈਸੇ ਵਾਪਸ ਕਰਨ ਦੀ ਜ਼ੁਬਾਨ ਦਿੱਤੀ ਸੀ, ਪਰ ਉਸ ਦੀ ਫਸਲ ਤਬਾਹ ਹੋ ਗਈ, ਜਿਸ ਦੇ ਕਾਰਨ ਉਹ ਮੇਰਾ ਕਰਜ਼ ਚੁਕਾ ਨਹੀਂ ਸਕਿਆ ਤੇ ਇਸੇ ਕਾਰਨ ਹੀ ਮੈਂ ਉਹਦੇ ਖੇਤ ਉੱਤੇ ਕਬਜ਼ਾ ਕਰ ਲਿਆ। ਹੁਣ ਉਹਦਾ ਖੇਤ ਮੇਰਾ ਹੈ। ਤਾਂ ਸਾਰੀ ਗੱਲ ਸੁਣਨ ਤੋਂ ਬਾਅਦ ਸਰਪੰਚ ਨੂੰ ਥੋੜ੍ਹੇ ਜਿਹੇ ਪੈਸਿਆਂ ਦੇ ਬਦਲੇ ਵਿੱਚ ਖੇਤ ਉੱਤੇ ਕਬਜ਼ਾ ਕਰਨ ਵਾਲੀ ਗੱਲ ਉੱਤੇ ਸ਼ੰਕਾ ਹੁੰਦੀ ਹੈ, ਕਿਉਂਕਿ ਕਰਜ਼ਾ ਸਿਰਫ 1 ਲੱਖ ਰੁਪਏ ਸੀ ਤੇ ਖੇਤ ਦੀ ਕੀਮਤ ਕਿਤੇ ਜ਼ਿਆਦਾ ਸੀ। ਤਾਂ ਸਰਪੰਚ ਨੂੰ ਸਮਝ ਆਉਂਦਾ ਹੈ ਕਿ ਸ਼ਾਹੂਕਾਰ ਨੇ ਕੌਰੇ ਦੇ ਭੋਲੇਪਨ ਦਾ ਫਾਇਦਾ ਉਠਾਇਆ ਹੈ ਤੇ ਧੋਖਾਧੜੀ ਦੇ ਨਾਲ ਉਹਦੇ ਖੇਤ ਉੱਤੇ ਕਬਜ਼ਾ ਕਰ ਲਿਆ ਹੈ। ਤੇ ਸਰਪੰਚ ਸ਼ਾਹੂਕਾਰ ਦੇ ਐਸਾ ਕਰਨ ਉੱਤੇ ਉਹਦੀ ਖੂਬ ਬੇਇੱਜ਼ਤੀ ਕਰਦਾ ਹੈ। ਤੇ ਫਿਰ ਸਰਪੰਚ ਕਹਿੰਦਾ ਹੈ ਕਿ ਇਸ ਗੱਲ ਦਾ ਫੈਸਲਾ ਮੈਂ ਕੌਰੇ ਤੇ ਉਸਦੀ ਪਤਨੀ ਦੀ ਕਿਸਮਤ ਉੱਤੇ ਛੱਡਦਾ ਹਾਂ। ਤੇ ਫਿਰ ਸਰਪੰਚ ਕਹਿੰਦਾ ਹੈ ਕਿ ਇੱਥੇ ਜ਼ਮੀਨ ਉੱਤੇ ਕਾਲੇ ਤੇ ਚਿੱਟੇ 2 ਤਰ੍ਹਾਂ ਦੇ ਕੰਕਰ ਪਏ ਹਨ। ਸ਼ਾਹੂਕਾਰ ਇਹਨਾਂ ਕੰਕਰਾਂ ਵਿੱਚੋਂ 2 ਅਲੱਗ-ਅਲੱਗ ਰੰਗ ਦੇ ਕੰਕਰ ਉਠਾ ਕੇ ਆਪਣੇ ਝੋਲੇ ਦੇ ਵਿੱਚ ਪਾਵੇਗਾ। ਕੌਰੇ ਦੀ ਪਤਨੀ ਬਿਨਾਂ ਦੇਖੇ ਉਸ ਝੋਲੇ ਦੇ ਵਿੱਚੋਂ ਇੱਕ ਕੰਕਰ ਉਠਾਵੇਗੀ। ਜੇਕਰ ਕੰਕਰ ਕਾਲਾ ਨਿਕਲਿਆ ਤਾਂ ਕੌਰੇ ਨੂੰ ਆਪਣਾ ਖੇਤ ਸ਼ਾਹੂਕਾਰ ਨੂੰ ਦੇਣਾ ਹੋਵੇਗਾ ਤੇ ਜੇਕਰ ਕੰਕਰ ਚਿੱਟਾ ਨਿਕਲਿਆ ਤਾਂ ਕੌਰੇ ਦਾ ਸਾਰਾ ਕਰਜ਼ਾ ਮਾਫ ਕਰ ਦਿੱਤਾ ਜਾਵੇਗਾ ਤੇ ਉਹਦਾ ਖੇਤ ਵੀ ਉਸ ਨੂੰ ਵਾਪਸ ਮਿਲ ਜਾਵੇਗਾ। ਤਾਂ ਪੰਚਾਇਤ ਦਾ ਫੈਸਲਾ ਸੁਣ ਕੇ ਕੌਰਾ ਤੇ ਉਸਦੀ ਪਤਨੀ ਦੋਵੇਂ ਚਿੰਤਾ ਵਿੱਚ ਪੈ ਜਾਂਦੇ ਹਨ ਤੇ ਪਰਮਾਤਮਾ ਨੂੰ ਮਨ ਹੀ ਮਨ ਅਰਦਾਸਾਂ ਕਰਨ ਲੱਗਦੇ ਹਨ। ਪਰ ਸ਼ਾਹੂਕਾਰ ਅੰਦਰ ਹੀ ਅੰਦਰ ਬਹੁਤ ਖੁਸ਼ ਹੁੰਦਾ ਹੈ। ਤੇ ਫਿਰ ਸ਼ਾਹੂਕਾਰ ਜ਼ਮੀਨ ਤੋਂ 2 ਕੰਕਰ ਉਠਾਉਂਦਾ ਹੈ ਤੇ ਆਪਣੇ ਝੋਲੇ ਵਿੱਚ ਪਾ ਲੈਂਦਾ ਹੈ। ਤੇ ਜਦੋਂ ਸ਼ਾਹੂਕਾਰ ਕੰਕਰ ਉਠਾ ਕੇ ਝੋਲੇ ਵਿੱਚ ਪਾ ਰਿਹਾ ਹੁੰਦਾ ਹੈ ਤਾਂ ਕੌਰੇ ਦੀ ਪਤਨੀ ਗੁੱਡੋ ਦੇਖਦੀ ਹੈ ਕਿ ਸ਼ਾਹੂਕਾਰ ਨੇ ਸਾਰਿਆਂ ਦੀਆਂ ਨਜ਼ਰਾਂ ਤੋਂ ਬਚਾ ਕੇ ਬੜੀ ਹੀ ਚਲਾਕੀ ਦੇ ਨਾਲ ਦੋਵੇਂ ਕੰਕਰ ਕਾਲੇ ਰੰਗ ਦੇ ਹੀ ਚੁੱਕ ਕੇ ਆਪਣੇ ਝੋਲੇ ਵਿੱਚ ਪਾਏ ਹਨ। ਹੁਣ ਜੇਕਰ ਗੁੱਡੋ ਕੋਈ ਵੀ ਕੰਕਰ ਉਠਾਵੇਗੀ ਤਾਂ ਉਹ ਕਾਲਾ ਹੀ ਨਿਕਲੇਗਾ, ਪਰ ਉਸਨੇ ਤਾਂ ਕਿਸੇ ਵੀ ਤਰ੍ਹਾਂ ਇਸ ਮੁਸੀਬਤ ਦੇ ਵਿੱਚੋਂ ਬਾਹਰ ਨਿਕਲਣਾ ਸੀ। ਤਾਂ ਗੁੱਡੋ ਆਪਣਾ ਥੋੜ੍ਹਾ ਦਿਮਾਗ ਲਗਾਉਣ ਲੱਗੀ। ਉਹਦੇ ਕੋਲ ਹੁਣ 2 ਹੀ ਰਸਤੇ ਸਨ। ਪਹਿਲਾ, ਝੋਲੇ ਵਿੱਚੋਂ ਕੰਕਰ ਕੱਢਦੇ ਸਮੇਂ ਜੇਕਰ ਕੰਕਰ ਕਾਲਾ ਨਿਕਲੇ ਤਾਂ ਚੁੱਪਚਾਪ ਆਪਣਾ ਖੇਤ ਉਹ ਸ਼ਾਹੂਕਾਰ ਦੇ ਹਵਾਲੇ ਕਰ ਦੇਵੇ ਤੇ ਦੂਜਾ, ਜਾਂ ਫਿਰ ਸਰਪੰਚ ਨੂੰ ਸ਼ਾਹੂਕਾਰ ਦੀ ਚਲਾਕੀ ਬਾਰੇ ਦੱਸ ਦੇਵੇ। ਦੱਸਣ ਤੇ ਵੀ ਇਸ ਮੁਸੀਬਤ ਤੋਂ ਉਸ ਨੂੰ ਛੁਟਕਾਰਾ ਨਹੀਂ ਮਿਲਣ ਵਾਲਾ ਸੀ, ਕਿਉਂਕਿ ਸਰਪੰਚ ਨੇ ਸ਼ਾਹੂਕਾਰ ਦੇ ਕੋਲੋਂ ਕੰਕਰ ਬਦਲਾ ਦੇਣੇ ਸੀ ਤੇ ਅੰਤ ਵਿੱਚ ਫੈਸਲਾ ਉਹਦੀ ਕਿਸਮਤ ਉੱਤੇ ਹੀ ਨਿਰਭਰ ਕਰਨਾ ਸੀ। ਉਹ ਐਸੀ ਤਰਕੀਬ ਸੋਚਣ ਲੱਗੀ ਜਿਹਦੇ ਨਾਲ ਉਸ ਨੂੰ ਸਰਪੰਚ ਨੂੰ ਕੁਝ ਦੱਸਣਾ ਵੀ ਨਾ ਪਵੇ ਤੇ ਸ਼ਾਹੂਕਾਰ ਦੇ ਕੋਲੋਂ ਉਹ ਆਪਣਾ ਖੇਤ ਵੀ ਬਚਾ ਲਵੇ ਤੇ ਕਰਜ਼ਾ ਵੀ ਮਾਫ ਹੋ ਜਾਵੇ। ਤੇ ਫਿਰ ਗੁੱਡੋ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ। ਉਹ ਅੱਗੇ ਵਧੀ ਤੇ ਅੱਖਾਂ ਬੰਦ ਕਰਕੇ ਉਸਨੇ ਸ਼ਾਹੂਕਾਰ ਦੇ ਝੋਲੇ ਵਿੱਚ ਹੱਥ ਪਾਇਆ ਤੇ ਇੱਕ ਕੰਕਰ ਚੁੱਕਿਆ, ਪਰ ਬਿਨਾਂ ਦੇਖੇ ਹੀ ਉਸ ਕੰਕਰ ਨੂੰ ਉਸਨੇ ਜ਼ਮੀਨ ਉੱਤੇ ਸੁੱਟ ਦਿੱਤਾ ਤੇ ਜ਼ਮੀਨ ਉੱਤੇ ਡਿੱਗਦੇ ਸਾਰ ਹੀ ਉਹ ਕੰਕਰ ਬਾਕੀ ਕੰਕਰਾਂ ਦੇ ਨਾਲ ਜਾ ਮਿਲਿਆ। ਤੇ ਫਿਰ ਗੁੱਡੋ ਥੋੜ੍ਹਾ ਨਾਟਕ ਕਰਦੇ ਹੋਏ ਬੋਲੀ ਕਿ ਸਰਪੰਚ ਸਾਹਿਬ ਮਾਫ ਕਰਿਓ, ਮੇਰੇ ਉਸ ਕੰਕਰ ਨੂੰ ਦੇਖਣ ਤੋਂ ਪਹਿਲਾਂ ਹੀ ਉਹ ਕੰਕਰ ਮੇਰੇ ਹੱਥ ਵਿੱਚੋਂ ਫਿਸਲ ਕੇ ਜ਼ਮੀਨ ਉੱਤੇ ਜਾ ਡਿੱਗਿਆ। ਤਾਂ ਇਹ ਸੁਣ ਕੇ ਸਰਪੰਚ ਨੇ ਥੋੜ੍ਹਾ ਦਿਮਾਗ ਲਗਾਇਆ ਤੇ ਫਿਰ ਗੁੱਡੋ ਨੂੰ ਕਿਹਾ ਕਿ ਕੋਈ ਗੱਲ ਨਹੀਂ, ਜੋ ਕੰਕਰ ਜ਼ਮੀਨ ਉੱਤੇ ਡਿੱਗਿਆ ਹੈ ਉਸ ਨੂੰ ਪਹਿਚਾਨਣਾ ਤਾਂ ਹੁਣ ਮੁਸ਼ਕਲ ਹੈ, ਪਰ ਹੁਣ ਤੂੰ ਸ਼ਾਹੂਕਾਰ ਦੇ ਝੋਲੇ ਵਿੱਚੋਂ ਦੂਜਾ ਕੰਕਰ ਚੁੱਕ ਕੇ ਦੇਖ। ਉਹ ਕੰਕਰ ਜਿਹੜੇ ਰੰਗ ਦਾ ਵੀ ਹੋਵੇਗਾ ਉਸ ਦੇ ਉਲਟ ਰੰਗ ਦਾ ਕੰਕਰ ਹੀ ਜ਼ਮੀਨ ਉੱਤੇ ਡਿੱਗਿਆ ਹੋਵੇਗਾ। ਤੇ ਫਿਰ ਸਾਰੇ ਲੋਕ ਸਰਪੰਚ ਦੀ ਇਸ ਗੱਲ ਤੋਂ ਸਹਿਮਤ ਹੋ ਗਏ। ਇੱਧਰ ਇਹ ਸੁਣ ਕੇ ਸ਼ਾਹੂਕਾਰ ਦੇ ਤੋਤੇ ਉੱਡ ਗਏ, ਪਰ ਹੁਣ ਉਹ ਕੁਝ ਬੋਲ ਵੀ ਨਹੀਂ ਸਕਦਾ ਸੀ ਕਿਉਂਕਿ ਪਾਸਾ ਤਾਂ ਪਲਟ ਹੀ ਗਿਆ ਸੀ। ਤੇ ਫਿਰ ਉਹ ਚੁੱਪ ਹੀ ਰਿਹਾ ਤੇ ਕਿਸਾਨ ਦੀ ਪਤਨੀ ਨੇ ਜਦੋਂ ਝੋਲੇ ਵਿੱਚੋਂ ਦੂਜਾ ਕੰਕਰ ਕੱਢਿਆ ਤਾਂ ਉਹ ਕਾਲੇ ਰੰਗ ਦਾ ਨਿਕਲਿਆ। ਤਾਂ ਸਾਰਿਆਂ ਨੇ ਮੰਨ ਲਿਆ ਕਿ ਪਹਿਲਾਂ ਜੋ ਕੰਕਰ ਕੱਢਿਆ ਗਿਆ ਸੀ ਉਹ ਚਿੱਟੇ ਰੰਗ ਦਾ ਸੀ। ਤੇ ਫਿਰ ਕੌਰੇ ਦਾ ਖੇਤ ਉਸ ਨੂੰ ਵਾਪਸ ਕਰ ਦਿੱਤਾ ਗਿਆ ਤੇ ਉਹਦਾ ਕਰਜ਼ਾ ਮਾਫ ਕਰ ਦਿੱਤਾ ਗਿਆ। ਇਸ ਤਰ੍ਹਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਕੌਰੇ ਦੀ ਪਤਨੀ ਦੀ ਥੋੜ੍ਹੀ ਹੁਸ਼ਿਆਰੀ ਦੇ ਨਾਲ ਉਸਨੇ ਆਪਣਾ ਕਰਜ਼ਾ ਵੀ ਮਾਫ ਕਰਵਾ ਲਿਆ ਤੇ ਆਪਣਾ ਖੇਤ ਵੀ ਛੁਡਵਾ ਲਿਆ।
ਤੇ ਇੱਧਰ ਸ਼ਾਹੂਕਾਰ ਆਪਣੀ ਕਰਨੀ ਤੇ ਪਛਤਾ ਰਿਹਾ ਸੀ, ਕਿਉਂਕਿ ਜ਼ਿਆਦਾ ਲਾਲਚ ਦੇ ਕਾਰਨ ਉਸਨੇ ਆਪਣਾ ਮੂਲ ਵੀ ਗਵਾ ਦਿੱਤਾ ਸੀ ਤੇ ਉਸਨੂੰ ਆਪਣੀ ਧੋਖਾਧੜੀ ਦਾ ਇਨਾਮ ਵੀ ਮਿਲ ਗਿਆ ਸੀ ਤੇ ਉਹ ਸਲਵੱਟੇ ਲੈਂਦਾ ਹੋਇਆ ਉੱਥੋਂ ਚਲਾ ਗਿਆ। ਤੇ ਫਿਰ ਕੌਰਾ ਤੇ ਉਸਦੀ ਪਤਨੀ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਨ ਲੱਗੇ। ਤਾਂ ਦੋਸਤੋ, ਇਸ ਕਹਾਣੀ ਦੀ ਸਿੱਖਿਆ ਇਹੀ ਹੈ ਕਿ ਉਹ ਪ੍ਰਮਾਤਮਾ ਕਦੇ ਵੀ ਆਪਣੇ ਸੱਚੇ ਭਗਤਾਂ ਦੀ, ਆਪਣੇ ਬੱਚਿਆਂ ਦੀ ਬਾਂਹ ਨਹੀਂ ਛੱਡਦਾ। ਹਮੇਸ਼ਾ ਦੁੱਖ ਸੁੱਖ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਦਾ ਹੈ, ਹਮੇਸ਼ਾ ਉਹਨਾਂ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹਿੰਦਾ ਹੈ ਤੇ ਹਮੇਸ਼ਾ ਬੁਰੇ ਲੋਕਾਂ ਤੋਂ ਤੇ ਬੁਰੇ ਸਮੇਂ ਤੋਂ ਆਪਣੇ ਸੱਚੇ ਭਗਤਾਂ ਦੀ ਰੱਖਿਆ ਕਰਦਾ ਹੈ। सो दोस्तों, इसी जन्म में ये दो काम करो, एक नाम जपो और प्रेम करो, किसी जीव का दिल ना दुखाना कभी, मौत याद रखो मालिक से डरो। सो दोस्तों, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।